सतनाम वाहिगुरु। दर चढ़ देख जीवा गुर तेरा, पूरन कर्म होए प्रभ मेरा। दर चढ़ कौ लोचै सब कोई, पूरै भाग प्राप्त होई। सज्जन सच्चा पातशाह, सिर चाँद चाहो। जिस पास बैठा सोईए, सबना दा वेसाहो। सतनाम श्री वाहिगुरु साहिब जी। सलोक महला तीजा। ब्रह्म बिंदै तिसदा ब्रह्मत रहै। एक शब्द लिव लाए, नव निधि 18 सिद्धि। पिछै लगिया फिरहे, जो हर हृदय सदा वसाए। ब्रह्म बिंदै तिसदा ब्रह्मत रहै। एक शब्द लिव लाए, नव निधि 18 सिद्धि। पिछै लगिया फिरहे, जो हर हृदय सदा वसाए। बिन सतगुर नाउ ना पाइयै, बुझो कर विचार। नानक पूरै भाग सतगुर मिलै। सुख पाए जुग चार। महला तीजा। क्या गबरू क्या बिरद है, मन मुख तृष्णा भुख ना जाए। गुरमुख शब्दे रत्या, शीतल होए आप गवाए। अंदर तृपत संतोखिया, फिर भुख ना लगै आए। नानक जे गुरमुख करहे सो परवान है। जो नाम रहे लिव लाए। पौड़ी हों बलिहारी तिन को, जो गुरमुख सिखा। जो हर नाम ध्याए दे, तिन दर्शन पिखा। सुन कीर्तन हर गुण रवा, हर जस मन लिखा। हर नाम सलाही रंग से ओ, सब किल विख कृखा। धन धन सुहावा सो शरीर थान है।
ਜਿਥੈ ਮੇਰਾ ਗੁਰ ਧਰੇ ਵਿਖਾ, ਹਰ ਨਾਮ ਸਲਾਹੀ ਰੰਗ ਸਿਓ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿਥੈ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਕਵਾਕ ਦੀ ਕਥਾ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾੜਾਲ ਵਿਖੇ ਪੀਟੀਸੀ ਰਾਹੀਂ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ, ਜਗਤ ਜਲੰਦੇ ਦੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮ ਦੀ ਦਾਤ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤੀ ਹੈ। ਔਰ ਅੱਜ ਦਾ ਇਹ ਪਾਵਨ ਸ੍ਰੀ ਮੁਕਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਹੁਕਮ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੁਭਾਏਮਾਨ ਸਨ। ਇੱਕ ਪੰਡਿਤ ਜਿਸ ਦਾ ਨਾਮ ਇਤਿਹਾਸ ਵਿੱਚ ਬੇਣੀ ਆਇਆ ਹੈ, ਇਹ ਪਿੰਡ ਚੂਣੀਆਂ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ। ਇਹ ਦਿਗਵਿਜੇ ਕਰਦਾ ਹੋਇਆ ਗੋਇੰਦਵਾਲ ਸਾਹਿਬ ਪਹੁੰਚਿਆ। ਇਹਨੇ ਗੁਰਸਿੱਖਾਂ ਨੂੰ ਬੇਨਤੀ ਕੀਤੀ ਕਿ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਨੇ। ਸਿੱਖਾਂ ਨੇ ਕਿਹਾ, ਪੰਡਿਤ ਜੀ ਗੁਰੂ ਸਾਹਿਬ ਜੀ ਦਾ ਹੁਕਮ ਹੈ, ਪਹਿਲੇ ਪੰਗਤ ਤੇ ਪਾਛੇ ਸੰਗਤ। ਪਹਿਲਾਂ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਲੰਗਰ ਛਕ ਕੇ ਆਓ, ਬਾਅਦ ਵਿੱਚ ਸੰਗਤ ਵਿੱਚ ਆਇਓ ਤੇ ਸਤਿਗੁਰਾਂ ਦੇ ਦਰਸ਼ਨ ਹੋਣਗੇ। ਪੰਡਿਤ ਕਰਮਕਾਂਡੀ ਸੀ। ਸੰਗਤ ਜੀ ਇਹਨੇ ਵਿਚਾਰਿਆ
ਵੀ ਜੇ ਮੈਂ ਗੁਰੂ ਕੇ ਲੰਗਰ ਵਿੱਚੋਂ ਛਕ ਲਿਆ ਤੇ ਮੇਰਾ ਬ੍ਰਾਹਮਣ ਪੁਣਾ ਜਿਹੜਾ ਹੈ ਉਹ ਨਸ਼ਟ ਹੋ ਜਾਵੇਗਾ। ਮੈਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਣਾ। ਇਹਨੇ ਗੁਰੂ ਕੇ ਲੰਗਰ ਤੇ ਕਿੰਤੂ ਪਰੰਤੂ ਕੀਤਾ ਔਰ ਸਿੱਖਾਂ ਨੇ ਕਿਹਾ ਇਸ ਤਰ੍ਹਾਂ ਤੈਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਣੇ। ਇਹ ਚਲਾ ਗਿਆ। ਮਨ 'ਚ ਵਿਚਾਰ ਕੀਤੀ ਵੀ ਦਵਾਰਕਾ ਚਲੇ ਜਾਂਦੇ। ਇਹ ਕ੍ਰਿਸ਼ਨ ਦਾ ਪੁਜਾਰੀ ਸੀ। ਸੰਗਤ ਜੀ, ਇਤਿਹਾਸ ਵਿੱਚ ਸਾਖੀ ਜਿਹੜੀ ਹੈ ਬਹੁਤ ਲੰਮੀ ਚੌੜੀ ਲਿਖੀ ਹੋਈ ਹੈ। ਆਖਰ ਕ੍ਰਿਸ਼ਨ ਅਸ਼ਟਮੀ ਜਦੋਂ ਆਈ ਤੇ ਉਦੋਂ ਇਹਨੇ ਵਰਤ ਰੱਖਿਆ ਹੋਇਆ ਸੀ ਔਰ ਇਹਨੇ ਭਗਵਾਨ ਦੇ ਚਰਨਾਂ ਵਿੱਚ ਅਗਲੇ ਦਿਨ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਮੈਨੂੰ ਹੁਣ ਭੋਜਨ ਦਿਓ। ਇਤਿਹਾਸ ਨੇ ਲਿਖਿਆ ਹੈ ਕਿ ਜਦੋਂ ਇਹਨੂੰ ਭੋਜਨ ਚਾਵਲ ਪ੍ਰਾਪਤ ਹੋਏ ਤੇ ਇਹਨੇ ਵੇਖਿਆ ਵੀ ਇਹ ਚੌਲ ਤਾਂ ਉਹੀ ਗੁਰੂ ਅਮਰਦਾਸ ਜੀ ਦੇ ਲੰਗਰ ਵਾਲੇ ਨੇ। ਕਹਿਣ ਲੱਗਾ, ਇਹ ਭਗਵਾਨ, ਇਹ ਚੌਲ ਤਾਂ ਮੈਂ ਗੋਇੰਦਵਾਲ ਸਾਹਿਬ ਛੱਡ ਕੇ ਆਇਆ ਸਾਂ ਤੇ ਤੁਸੀਂ ਹੁਣ ਇੱਥੇ ਵੀ ਦੇ ਦਿੱਤੇ ਨੇ। ਮੈਨੂੰ ਕੋਈ ਹੋਰ ਵਸਤੂ ਦਿਓ। ਫਿਰ ਇਹਨੂੰ ਮਠਿਆਈ ਪ੍ਰਾਪਤ ਹੋਈ ਪਰ ਇਹਦੇ ਨਾਲ ਬੇਨਤੀ ਵੀ ਕੀਤੀ ਕਿ ਆਪ ਮੈਨੂੰ ਪ੍ਰਤੱਖ ਹੋ ਕੇ ਦਰਸ਼ਨ ਦਿਓ। ਉਸ ਵੇਲੇ ਇਹ ਪੰਡਿਤ ਬੇੜੀ ਨੂੰ ਆਕਾਸ਼ ਬਾਣੀ ਹੋਈ ਕਿ ਹੈ ਪੰਡਿਤ ਜੀ, ਤੁਸੀਂ ਪਰਮਾਤਮਾ ਦੇ ਸਰਗੁਣ ਸਰੂਪ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਉਹਨਾਂ ਦੇ ਦਰਸ਼ਨ ਪ੍ਰਾਪਤ ਨਹੀਂ ਕਰ ਸਕੇ। ਇਸ ਕਰਕੇ ਮੇਰੇ ਦਰਸ਼ਨ ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਹੋਣਗੇ। ਇਹ ਪੰਡਿਤ ਜੰਗਲਾਂ ਦੇ ਵਿੱਚੋਂ ਫਿਰ ਵਾਪਸ ਪਰਤਿਆ, ਗੋਇੰਦਵਾਲ ਆਇਆ ਤੇ ਲੰਗਰ ਵਿੱਚੋਂ ਇਹਨੇ ਪ੍ਰਸ਼ਾਦਾ ਛਕਿਆ। ਹੁਣ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਹੋਏ ਤੇ ਹਜ਼ੂਰ ਦੇ ਚਰਨਾਂ ਤੇ ਧੜਮ ਕਰਕੇ ਡਿੱਗ ਪਿਆ। ਸੰਗਤ ਜੀ, ਸਤਿਗੁਰੂ ਜੀ ਨੇ ਫਿਰ ਇਹ ਪਾਵਨ ਉਪਦੇਸ਼ ਪੰਡਿਤ ਬੇੜੀ ਨੂੰ ਇਸ ਪਾਵਨ ਸ਼ਬਦ ਰਾਹੀਂ ਦਿੱਤਾ ਜੋ ਅੱਜ ਸਮੁੱਚੀ ਲੁਕਾਈ ਇਹ ਪਾਵਨ ਉਪਦੇਸ਼ ਪ੍ਰਾਪਤ ਕਰ ਰਹੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸੰਗਤ ਜੀ, ਰਾਗ ਸੋਰਠ ਦੀ ਵਾਰ ਵਿੱਚ ਸਤਿਗੁਰਾਂ ਨੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਇਹ 19ਵੀਂ ਪੌੜੀ ਹੈ। 2 ਸ਼ਲੋਕ ਨੇ। ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 649 ਤੇ 50 ਤੇ ਇਹ ਪਾਵਨ ਮੁੱਖ ਵਾਕ ਸੁਭਾਏਮਾਨ ਹੈ। ਸਤਿਗੁਰੂ ਪਾਤਸ਼ਾਹ ਜੀ
ਬੇਣੀ ਪੰਡਤ ਨੂੰ ਕਹਿ ਰਹੇ ਨੇ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹੈ। ਹਜੂਰ ਕਹਿਣ ਲੱਗੇ ਪੰਡਤ ਜੀ ਅਸਲ ਦੇ ਵਿੱਚ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣਦਾ ਹੈ, ਜਿਹੜਾ ਬ੍ਰਹਮ ਦੀ ਤੇ ਕਰਦਾ ਹੈ ਤੇ ਉਹਦਾ ਸਦੀਵ ਕਾਲ ਬ੍ਰਹਮਤ ਹੈ। ਉਹਦਾ ਜਿਹੜਾ ਬ੍ਰਾਹਮਣਪੁਣਾ ਹੈ ਨਾ ਉਹ ਰਹਿੰਦਾ ਹੈ। ਭਗਤ ਕਬੀਰ ਜੀ ਨੇ ਵੀ ਜ਼ਿਕਰ ਕੀਤਾ ਹੈ, ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀ ਆਤਾ ਹੈ ਹਮਾਰੇ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਭਗਤ ਜੀ ਕਹਿੰਦੇ ਸਾਡੇ ਮਤ ਵਿੱਚ ਤਾਂ ਭਾਈ ਉਹਨੂੰ ਬ੍ਰਾਹਮਣ ਕਿਹਾ ਜਾਂਦਾ ਹੈ। ਤੇ ਸਤਿਗੁਰੂ ਜੀ ਵੀ ਕਹਿੰਦੇ ਨੇ ਪੰਡਤ ਜੀ ਸਿੱਖ ਧਰਮ ਦੇ ਅੰਦਰ ਉਹਨੂੰ ਬ੍ਰਾਹਮਣ ਮੰਨਿਆ ਜਾਂਦਾ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਬ੍ਰਹਮ ਨੂੰ ਜਾਣ ਲੈਂਦਾ ਹੈ, ਬ੍ਰਹਮ ਨਾਲ ਇੱਕ ਮਿਕ ਹੋ ਜਾਂਦਾ ਹੈ। ਫਿਰ ਉਹਦਾ ਬ੍ਰਾਹਮਣਪੁਣਾ ਜਿਹੜਾ ਉਹ ਸਦੀਵ ਕਾਲ ਰਹਿੰਦਾ। ਏਕ ਸ਼ਬਦ ਲਿਵ ਲਾਏ। ਬੇਨਤੀ ਕੀਤੀ ਮਹਾਰਾਜ ਉਸ ਬ੍ਰਹਮ ਨੂੰ ਕਿਵੇਂ ਜਾਣੀਏ, ਉਹਨੂੰ ਕਿਵੇਂ ਬਿੰਦੀਏ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਡਤ ਜੀ ਏਕ ਸ਼ਬਦ ਲਿਵ ਲਾਏ। ਇੱਕ ਜੋ ਗੁਰੂ ਦਾ ਉਪਦੇਸ਼ ਹੈ, ਗੁਰੂ ਦੇ ਉਪਦੇਸ਼ ਨਾਲ ਆਪਣੀ ਲਿਵ ਲਾ ਕੇ ਸੁਰਤ ਜੋੜ ਕੇ ਉਸ ਬ੍ਰਹਮ ਨੂੰ ਵਿਚਾਰਨਾ ਕਰ, ਫਿਰ ਸਦੀਵ ਕਾਲ ਤੇਰਾ ਬ੍ਰਾਹਮਣ ਪੁੜਾ ਰਹੇਗਾ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹੇ। ਸਤਿਗੁਰੂ ਜੀ ਕਹਿੰਦੇ ਜਿਹੜਾ ਪੰਡਤ ਇੱਕ ਸ਼ਬਦ ਨਾਲ ਲਿਵ ਲਾ ਕੇ ਬ੍ਰਹਮ ਨੂੰ ਜਾਣ ਲੈਂਦਾ ਹੈ, ਸੰਗਤ ਜੀ ਉਸ ਬ੍ਰਾਹਮਣ ਦੇ ਪਿੱਛੇ 9 ਨਿਧੀਆਂ 9 ਖਜ਼ਾਨੇ ਅਤੇ 18 ਸਿੱਧੀਆਂ ਜਿਹੜੀਆਂ ਨੇ ਨਾ ਉਹ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਹਨ। ਹਰ ਹਿਰਦੈ ਸਦਾ ਵਸਾਏ। ਜਿਹੜੇ ਉਸ ਹਰੀ ਨੂੰ ਵਾਹਿਗੁਰੂ ਪਰਮੇਸ਼ਰ ਨੂੰ ਸਦੀਵ ਕਾਲ ਆਪਣੇ ਹਿਰਦੇ ਵਿੱਚ ਆਪਣੇ ਚਿੱਤ ਵਿੱਚ ਵਸਾ ਲੈਂਦੇ ਨੇ, ਟਿਕਾ ਲੈਂਦੇ ਨੇ, ਸਦੀਵ ਕਾਲ ਚੇਤੇ ਕਰਦੇ ਨੇ ਸੰਗਤ ਜੀ। ਇਹ ਰਿਧੀਆਂ ਸਿਧੀਆਂ ਜਿਹੜੀਆਂ ਨੇ ਨਾ ਨਿਧੀਆਂ ਇਹ ਫਿਰ ਉਹਨਾਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬਾਰੇ ਜੇਕਰ ਆਉਂਦਾ ਹੈ ਕਿ ਹਜੂਰ ਦੇ ਦਰਬਾਰ ਅੰਦਰ ਸਤਿਗੁਰਾਂ ਦੇ ਦਰਵਾਜ਼ੇ ਤੇ ਰਿਧੀਆਂ ਸਿੱਧੀਆਂ ਤੇ ਨਿਧੀਆਂ ਜਿਹੜੀਆਂ ਸਨ ਨਾ ਜੀ ਇਹ 24 ਘੰਟੇ ਖਲੋਤੀਆਂ ਰਹਿੰਦੀਆਂ ਸਨ ਤੇ ਹੱਥ ਜੋੜ ਕੇ ਬੇਨਤੀਆਂ ਕਰਦੇ ਸਨ, ਮਹਾਰਾਜ ਕਿਰਪਾ ਕਰੋ, ਸਾਨੂੰ ਕੋਈ ਸੇਵਾ ਦੱਸੋ, ਸਾਨੂੰ ਕੋਈ ਸੇਵਾ ਦੱਸੋ, ਅਸੀਂ ਉਹ ਸੇਵਾ ਕਰੀਏ। ਪਰ ਸੱਚੇ ਪਾਤਸ਼ਾਹ ਜੀ ਇਹਨਾਂ ਤੋਂ ਸੇਵਾ ਨਹੀਂ ਸਣ ਲੈਂਦੇ। ਰਿਧੀਆਂ ਸਿੱਧੀਆਂ ਨਿਧੀਆਂ ਨੂੰ ਪ੍ਰਾਪਤ ਕਰ ਲੈਣਾ ਕੋਈ ਬਹੁਤੀ ਔਖੀ ਗੱਲ ਨਹੀਂ ਸੰਗਤ ਜੀ। ਜਦੋਂ ਕੋਈ ਜੀਵ ਪ੍ਰਭੂ ਦੇ ਨਾਮ ਵਿੱਚ ਜੁੜਦਾ ਹੈ ਨਾ, ਇਹ
ਚੀਜ਼ਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਪਰ ਜੇ ਕੋਈ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ, ਨਿਧੀਆਂ ਸਿੱਧੀਆਂ ਰਿਧੀਆਂ ਨੂੰ ਪ੍ਰਾਪਤ ਕਰਕੇ ਇਹਨਾਂ ਦੇ ਵਿੱਚ ਹੀ ਗਵਾਚ ਜਾਵੇ, ਫਿਰ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਜਿਵੇਂ ਸਿੱਧ ਲੋਕ ਹੋਏ ਨੇ, ਜਿਨ੍ਹਾਂ ਨੇ ਸਿੱਧੀਆਂ ਨੂੰ ਪ੍ਰਾਪਤ ਕੀਤਾ, ਸੰਗਤ ਜੀ ਉਹਨਾਂ ਨੇ ਇਹੋ ਜਿਹੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ ਕਿ ਕਈ ਵਾਰ ਉਹ ਜਾਨਵਰ ਵੀ ਬਣ ਜਾਂਦੇ, ਪੰਛੀ ਵੀ ਬਣ ਕੇ ਆਕਾਸ਼ ਵਿੱਚ ਉੱਡਦੇ, ਔਰ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਉਹਨਾਂ ਨੇ ਪ੍ਰਾਪਤ ਕਰ ਲਈਆਂ ਸਨ, ਪਰ ਉਹ ਪ੍ਰਭੂ ਨਾਲ ਇੱਕ ਮਿਕ ਨਹੀਂ ਹੋ ਸਕੇ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਇੱਕ ਵਾਰੀ ਇੱਕ ਸਿੱਧ ਪੰਛੀ ਬਣ ਕੇ ਉੱਡਿਆ, ਸਤਿਗੁਰਾਂ ਨੇ ਉਹਦੇ ਪਿੱਛੇ ਆਪਣੀ ਖੜਾ ਲਾ ਦਿੱਤੀ, ਖੜਾ ਵੀ ਉੱਡੀ, ਔਰ ਉਹ ਪੰਛੀ ਦੇ ਸਿਰ ਵਿੱਚ ਵੱਜਦੀ ਰਹੀ ਤੇ ਪੰਛੀ ਹਾਰ ਕੇ ਧਰਤੀ ਤੇ ਆਇਆ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇਹ ਜਿਹੜੀਆਂ ਰਿਧੀਆਂ ਸਿੱਧੀਆਂ ਨੇ ਨਾ, ਇਹ ਪ੍ਰਭੂ ਦੇ ਰਾਹ ਵਿੱਚ ਰੁਕਾਵਟ ਹਨ, ਇਹ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣ ਦਿੰਦੀਆਂ। ਪਰ ਹਜ਼ੂਰ ਕਹਿੰਦੇ ਜਿਹੜੇ ਸਦੀਵ ਕਾਲ ਹਰੀ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖਦੇ ਨੇ, ਯਾਦ ਰੱਖਦੇ ਨੇ, ਭਾਈ ਇਹ ਨਿਧੀਆਂ ਸਿੱਧੀਆਂ ਰਿਧੀਆਂ ਉਹਨਾਂ ਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਹਨ। ਬਿਨ ਸਤਿਗੁਰ ਨਾਉ ਨਾ ਪਾਈਐ। ਸਤਿਗੁਰੂ ਪਾਤਸ਼ਾਹ ਜੀ ਨੂੰ ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਨਾਮ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਪੰਡਤ ਜੀ ਸਤਿਗੁਰੂ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਸੰਗਤ ਜੀ ਹੁਣ ਤਾਂ ਜੜਾ ਕੜਾ ਹੀ ਉੱਠ ਕੇ ਸਤਿਗੁਰੂ ਬਣ ਜਾਂਦਾ ਹੈ ਤੇ ਉਹ ਨਾਮ ਦੇਣ ਲੱਗ ਪੈਂਦਾ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਧਰੈ ਨਾਨਕ ਹਰਿ ਗੁਣ ਗਾਓ। ਜਿਹਨੇ ਹੋ ਗਿਆ, ਉਹਦਾ ਨਾਮ ਹੈ ਸਤਿਗੁਰੂ। ਸੰਗਤ ਜੀ ਤੇ ਐਸੇ ਸਤਿਗੁਰੂ ਦਾ ਸੰਗ ਕਰਕੇ ਸਿੱਖ ਦਾ ਉਧਾਰ ਹੁੰਦਾ ਹੈ, ਸਿੱਖ ਦਾ ਪਾਰ ਉਤਾਰਾ ਹੁੰਦਾ ਹੈ। ਪਰ ਜੇ ਕੋਈ ਕੱਚਾ ਪਿੱਲਾ ਐਵੇਂ ਹੀ ਕੂੜੀ ਅੱਕੀ ਮੇੜਦਾ ਹੈ ਤੇ ਫਿਰ ਉਹਦਾ ਜਿਹੜਾ ਇਹ ਅਭਿਮਾਨ ਹੈ ਉਹ ਇੱਕ ਦਿਨ ਲੱਥ ਜਾਂਦਾ ਹੈ, ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਕਿ ਇਹ ਕੱਚਾ ਪਿੱਲਾ ਹੈ, ਇਹ ਕਪਟੀ ਬੰਦਾ ਹੈ। ਸੰਗਤ ਜੀ ਇਉਂ ਫਿਰ ਉਹਦਾ ਜਿਹੜਾ ਅਭਿਮਾਨ ਹੈ ਉਹ ਲੱਥ ਜਾਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਪੰਡਿਤ ਜੀ ਨਾਮ ਦੀ ਦਾਤ ਪੂਰੇ ਸਤਿਗੁਰੂ ਦੇ ਪਾਸੋਂ ਪ੍ਰਾਪਤ ਹੁੰਦੀ ਹੈ। ਬੁਝਹੁ ਕਰ ਵਿਚਾਰ। ਸੱਚੇ ਪਾਤਸ਼ਾਹ ਜੀ ਕਹਿੰਦੇ, ਵਿਚਾਰ ਕਰਕੇ ਸਮਝਣਾ ਕਰੋ। ਨਾਨਕ ਪੂਰਾ ਭਾਗ ਸਤਿਗੁਰ ਮਿਲੈ। ਹਜ਼ੂਰ ਕਹਿੰਦੇ ਨੇ, ਜਦੋਂ ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਪੂਰਾ ਸਤਿਗੁਰੂ ਕਿਵੇਂ ਮਿਲਦਾ ਹੈ? ਪੂਰਾ ਸਤਿਗੁਰੂ ਕਿੱਥੇ ਮਿਲੇਗਾ? ਤਾਂ ਹਜ਼ੂਰ ਕਹਿੰਦੇ ਨੇ,
ਜਦੋਂ ਪੂਰੇ ਭਾਗ ਹੋਣ, ਚੰਗੇ ਕਰਮ ਹੋਣ, ਤਾਂ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੰਗਤ ਜੀ, ਚੰਗੇ ਕਰਮ ਮਨੁੱਖ ਨੇ ਕਰਨੇ ਨੇ। ਚੰਗੇ ਕਰਮਾਂ ਤੋਂ ਭਾਵ ਹੈ ਕਿ ਜਦੋਂ ਇਹ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਮੈਂ ਅਗਿਆਨਤਾ ਕਰਕੇ ਅੰਧਾ ਹਾਂ, ਹਮ ਅੰਧਲੇ ਅੰਧ ਬਿਕੈ ਬਿਕਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਸੱਚੇ ਪਾਤਸ਼ਾਹ, ਮੈਂ ਅੰਨਾ ਹਾਂ, ਅਗਿਆਨਤਾ ਕਰਕੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹਾਂ, ਮੈਨੂੰ ਗੁਰੂ ਦੀ ਪਛਾਣ ਨਹੀਂ। ਆਪ ਕਿਰਪਾ ਕਰੋ, ਮੈਨੂੰ ਆਪਣੇ ਪੱਲੇ ਲਾ ਲਵੋ। ਸੰਗਤ ਜੀ, ਜਦੋਂ ਇਸ ਤਰ੍ਹਾਂ ਬੇਨਤੀਆਂ ਕਰਦਾ ਹੈ ਨਾ, ਹਜ਼ੂਰ ਕਹਿੰਦੇ ਫਿਰ ਇਹਨੂੰ ਪੂਰੇ ਭਾਗਾਂ ਕਰਕੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੁਖ ਪਾਏ ਜੁਗ ਚਾਰ, ਗੁਰੂ ਫਿਰ ਇਹਨੂੰ ਪਾਵਨ ਉਪਦੇਸ਼ ਦਿੰਦਾ ਹੈ, ਸਿੱਖਿਆ ਦਿੰਦਾ। ਸੰਗਤ ਜੀ, ਫਿਰ ਉਹ ਸਿੱਖਿਆ ਤੇ ਚੱਲ ਕਰਕੇ, ਨਾਮ ਜਪ ਕੇ, ਬਾਣੀ ਪੜ੍ਹ ਕੇ, ਸਿਮਰਨ ਭਜਨ ਕਰਕੇ, ਫਿਰ ਇਹ ਚੌਂ ਜੁਗਾਂ ਜਿੰਨਾ ਸੁਖ ਪ੍ਰਾਪਤ ਕਰ ਸਕਦਾ ਹੈ। ਭਾਵ ਇਹਨੂੰ ਫਿਰ ਚੌਂ ਜੁਗਾਂ ਦਾ ਸੁਖ ਪ੍ਰਾਪਤ ਹੁੰਦਾ ਹੈ। ਇਤਨਾ ਭਾਰੀ ਸੁਖ ਜਿਤਨਾ ਕਿਸੇ ਨੂੰ 4 ਜੁਗਾਂ ਦੇ ਵਿੱਚ ਪ੍ਰਾਪਤ ਹੋਇਆ ਹੋਵੇ, ਇਹਨਾਂ ਸੁਖ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਨੂੰ ਪ੍ਰਾਪਤ ਹੁੰਦਾ। ਮਹੱਲਾ ਤੀਜਾ। ਹਾਂਜੀ। ਕਿਆ ਗੱਭਰੂ ਕਿਆ ਬਿਰਧ ਹੈ। ਸੱਚੇ ਪਾਤਸ਼ਾਹ ਜੀ ਇਹ ਦੂਜੇ ਪਾਵਨ ਸ਼ਬਦ ਦੇ ਅੰਦਰ, ਮਹੱਲੇ ਦੇ ਅੰਦਰ ਮਨਮੁਖ ਦੀ ਦਸ਼ਾ ਦਰਸਾ ਰਹੇ ਨੇ ਅਤੇ ਗੁਰਮੁਖ ਦੀ ਉਪਮਾ ਕਰ ਰਹੇ ਨੇ। ਹਜ਼ੂਰ ਕਹਿੰਦੇ ਨੇ ਕਿਆ ਗੱਭਰੂ ਕਿਆ ਬਿਰਧ ਹੈ। ਸਤਿਗੁਰੂ ਜੀ ਕਹਿੰਦੇ ਨੇ ਗੱਭਰੂ ਕੀ ਹੈ, ਬਿਰਧ ਬਜ਼ੁਰਗ ਕੀ ਹੈ। ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਜੇ ਇਹਨਾਂ ਦੇ ਸੰਗਤ ਜੀ ਇਹ ਮਨ ਦੇ ਪਿੱਛੇ ਚੱਲਦੇ ਨੇ, ਮਨਮੁਖ ਨੇ, ਇਹਨਾਂ ਦਾ ਮਨ ਦੀ ਤਰਫ ਹੈ, ਫਿਰ ਭਾਵੇਂ ਗੱਭਰੂ ਹੋਵੇ ਤੇ ਭਾਵੇਂ ਬਿਰਧ ਹੋਵੇ, ਉਹਨਾਂ ਦੇ ਅੰਦਰੋਂ ਜਿਹੜੀ ਤ੍ਰਿਸ਼ਨਾ ਭੁੱਖ ਹੈ ਨਾ, ਉਹ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ। ਭੁਗਤ ਭੁਗਤ ਭੋਗ ਭੁਖਣਾ, ਉਹ ਪਦਾਰਥਾਂ ਦੇ ਭੋਗ ਭੋਗੀ ਜਾਂਦੇ ਨੇ, ਫਿਰ ਵੀ ਭੁੱਖੋ ਭੁੱਖੋ ਕਰੀ ਜਾਂਦੇ ਨੇ। ਨਹੀਂ ਮਿਲਿਆ ਕੁਛ ਨਹੀਂ ਬਣਿਆ। ਸੰਗਤ ਜੀ, ਉਹਨਾਂ ਨੂੰ ਤ੍ਰਿਪਤੀ ਨਹੀਂ ਆਉਂਦੀ। ਹਜ਼ੂਰ ਕਹਿੰਦੇ ਕੀ ਗੱਭਰੂ ਹੈ ਤੇ ਕੀ ਬਜ਼ੁਰਗ ਹੈ। ਭਾਵੇਂ ਨੌਜਵਾਨ ਹੋਵੇ ਤੇ ਭਾਵੇਂ ਬਜ਼ੁਰਗ ਹੋਵੇ, ਜੇ ਅੰਦਰ ਮਨਮੁਖਤ ਆਈ ਹੈ ਤੇ ਫਿਰ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਉਹ ਨਹੀਂ ਜਾਂਦੀ। ਗੁਰਮੁਖ ਸਭ ਦੇ ਰਤਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਉਪਦੇਸ਼ ਦੇ ਧਾਰਨੀ ਨੇ ਉਹ ਗੁਰਮੁਖ ਜਾਣ। ਸੋ ਗੁਰੂ ਦੇ ਸ਼ਬਦ ਵਿੱਚ ਤਦਾਕਾਰ ਹੋ ਕੇ ਸੀਤਲ ਹੋਏ ਆਪ ਗਵਾਏ। ਗੁਰੂ ਸ਼ਬਦ ਦੀ ਕਮਾਈ ਕਰਕੇ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਉਹਨਾਂ ਨੇ ਆਪਾ ਭਾਵ ਨੂੰ ਗਵਾ ਲਿਆ ਹੈ। ਸੰਗਤ ਜੀ, ਜਿਹੜੀ ਹੰਕਾਰ ਦੀ ਜ਼ਹਿਰ ਸੀ ਨਾ, ਉਹ ਉਹਨਾਂ ਦੇ ਅੰਦਰੋਂ ਖਤਮ ਹੋ ਗਈ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਸੀਤਲ ਹੋਏ, ਉਹ ਹੁਣ ਠੰਡੇ ਹੋ ਗਏ ਨੇ। ਜਿਵੇਂ
ਸੱਪ ਦੇ ਅੰਦਰ ਜ਼ਹਿਰ ਹੈ, ਪਰ ਜਿੰਨਾ ਚਿਰ ਉਹਦੀ ਜ਼ਹਿਰ ਨਿਕਲਦੀ ਨਹੀਂ ਨਾ ਜੀ, ਉਹਨਾਂ ਚਿਰ ਉਹ ਭੱਜਾ ਫਿਰਦਾ ਹੈ ਕਿ ਕਿਤੇ ਨਾ ਕੋਈ ਮੈਨੂੰ ਮਿਲ ਜਾਵੇ ਤੇ ਮੈਨੂੰ ਡੰਗ ਮਾਰਾਂ ਤੇ ਮੇਰੀ ਜ਼ਹਿਰ ਨਿਕਲ ਜਾਵੇ। ਸੱਪ ਜਦੋਂ ਡੰਗ ਮਾਰਦਾ ਤੇ ਪੁੱਟਾ ਹੁੰਦਾ, ਉਹਦੀ ਜ਼ਹਿਰ ਨਿਕਲਦੀ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੀਵ ਦੇ ਅੰਦਰ, ਮਨੁੱਖ ਦੇ ਅੰਦਰ ਹੰਕਾਰ ਦੀ ਜ਼ਹਿਰ ਭਰੀ ਹੋਈ ਹੈ, ਪਰ ਜਦੋਂ ਇਹ ਗੁਰੂ ਦੇ ਸ਼ਬਦ ਵਿੱਚ ਤਦਾਕਾਰ ਹੋ ਜਾਂਦਾ ਹੈ, ਗੁਰੂ ਸ਼ਬਦ ਦੀ ਕਮਾਈ ਕਰਦਾ ਹੈ, ਸੰਗਤ ਜੀ, ਫਿਰ ਇਹ ਆਪਾ ਭਾਵ ਨੂੰ ਗਵਾ ਲੈਂਦਾ ਹੈ, ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਫਿਰ ਇਹ ਸ਼ਾਂਤ ਹੋ ਜਾਂਦਾ, ਸੀਤਲ ਹੋ ਜਾਂਦਾ ਹੈ। ਅੰਦਰ ਤ੍ਰਿਪਤ ਸੰਤੋਖਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹਨੂੰ ਅੰਦਰ ਦੀ ਤ੍ਰਿਪਤੀ ਹੋ ਗਈ ਹੈ। ਜਦੋਂ ਅੰਦਰੋਂ ਤ੍ਰਿਪਤ ਹੋ ਜਾਵੇਗਾ ਫਿਰ ਇਹਨੂੰ ਸੰਤੋਖ ਪ੍ਰਾਪਤ ਹੋਵੇਗਾ। ਸੰਤੋਖ ਦੋ ਤਰ੍ਹਾਂ ਦਾ ਵਿਦਵਾਨਾਂ ਨੇ ਮੰਨਿਆ ਸੰਗਤ ਜੀ। ਇੱਕ ਅੰਦਰ ਦਾ ਸੰਤੋਖ ਹੈ, ਇੱਕ ਬਾਹਰੀ ਸੰਤੋਖ ਹੈ। ਕਈਆਂ ਨੂੰ ਬਾਹਰੀ ਸੰਤੋਖ ਹੁੰਦਾ ਹੈ, ਪਰ ਅੰਦਰ ਦਾ ਸੰਤੋਖ ਨਹੀਂ ਹੁੰਦਾ। ਇੱਕ ਵਾਰੀ ਸੰਤ ਬਾਬਾ ਅਤਰ ਸਿੰਘ ਜੀ ਬਸਤੂਆੜੇ ਵਾਲੇ ਮਹਾਂਪੁਰਖਾਂ ਨੂੰ ਕਿਸੇ ਰਾਜੇ ਨੇ ਕਾਲੀ ਕੰਬਲੀ ਲੋਈ ਭੇਟ ਕੀਤੀ। ਮਹਾਂਪੁਰਖਾਂ ਦੇ ਕੋਲ ਇੱਕ ਸਾਧੂ ਆ ਗਿਆ। ਉਹ ਬਾਹਰੋਂ ਤਾਂ ਸੰਤੋਖੀ ਸੀ, ਪਰ ਅੰਦਰੋਂ ਮੰਗਤਾ ਸੀ। ਜਦੋਂ ਉਹਨੇ ਉਹ ਸੁੰਦਰ ਲੋਈ ਵੇਖੀ, ਭੂਰਾ ਵੇਖਿਆ ਤੇ ਮਾੜੀ ਬਣ ਕਹਿਣ ਲੱਗਾ ਵੀ ਜੇ ਮਹਾਂਪੁਰਖ ਮੈਨੂੰ ਦੇ ਦੇਣ ਨਾ ਤੇ ਲੋਈ ਬੜੀ ਵਧੀਆ ਵਾ। ਸੰਤ ਬਾਬਾ ਅਤਰ ਸਿੰਘ ਜੀ ਉਹਦੇ ਹਿਰਦੇ ਦੀ ਗੱਲ ਸਮਝ ਗਏ ਤੇ ਮਹਾਂਪੁਰਖਾਂ ਨੇ ਉਹ ਲੋਈ, ਉਹ ਭੂਰਾ ਜਿਹੜਾ ਸੀ ਨਾ ਜੀ, ਉਸ ਮਹਾਤਮਾ ਨੂੰ ਦਿੱਤਾ। ਤੇ ਮਹਾਤਮਾ ਦਾ ਬਾਹਰੀ ਸੰਤੋਖ ਹੋਣ ਕਰਕੇ ਕਰੀ ਜਾਵੇ, ਨਹੀਂ ਪਾਤਸ਼ਾਹ ਮੈਨੂੰ ਨਹੀਂ ਇਹ ਚਾਹੀਦੀ, ਮੈਨੂੰ ਨਹੀਂ ਚਾਹੀਦੀ। ਇਹ ਬਾਬਾ ਜੀ ਕਹਿਣ ਲੱਗੇ ਹੁਣ ਬਾਹਰੋਂ ਤਾਂ ਤੂੰ ਸੰਤੋਖ ਰੱਖ ਰਿਹਾ ਹੈ, ਅੰਦਰ ਤੇਰਾ ਮੰਗੀ ਜਾਂਦਾ ਹੈ ਤੇ ਫਿਰ ਪਛਤਾਵੇਂਗਾ, ਲੈ ਲਾ ਹੁਣ ਤੂੰ। ਸੰਗਤ ਜੀ, ਕਈਆਂ ਦੇ ਅੰਦਰ ਸੰਤੋਖ ਹੁੰਦਾ ਹੈ ਪਰ ਬਾਹਰ ਸੰਤੋਖ ਨਹੀਂ ਹੁੰਦਾ। ਇਹ ਦੋ ਤਰ੍ਹਾਂ ਦਾ ਸੰਤੋਖ ਮੰਨਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ। ਤ੍ਰਿਪਤੀ ਕਦੋਂ ਹੁੰਦੀ ਹੈ? ਜਦੋਂ ਨਾਮ ਦਾ ਸੱਚਾ ਭੋਜਨ ਜੀਵ ਨੂੰ ਪ੍ਰਾਪਤ ਹੁੰਦਾ ਹੈ। ਦੁਨੀਆ ਦੇ ਭੋਜਨਾਂ ਕਰਕੇ ਤ੍ਰਿਪਤੀ ਨਹੀਂ ਹੁੰਦੀ। ਸੰਗਤ ਜੀ, ਦੁਨਿਆਵੀ ਪਦਾਰਥਾਂ ਕਰਕੇ ਤਾਂ ਮਨੁੱਖ ਹਮੇਸ਼ਾ ਹੀ ਭੁੱਖੋ ਕਰਦਾ ਹੈ। ਪੇਜ ਤੇ ਬੜੇ ਸਵਾਦਲੇ ਭੋਜਨ ਬਣੇ ਨੇ, ਉੱਤੇ ਬੜੇ ਸਵਾਦਲੇ ਭੋਜਨ ਬਣੇ ਨੇ, ਪਰ ਰੱਜ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਸੱਚਾ ਭੋਜਨ ਪ੍ਰਾਪਤ ਹੋਇਆ, ਉਹਨਾਂ ਦਾ ਅੰਦਰ ਤ੍ਰਿਪਤ ਹੋ ਗਿਆ ਹੈ। ਹੁਣ ਉਹਨਾਂ ਨੂੰ ਅੰਦਰ ਤੇ ਬਾਹਰ ਦਾ ਸੰਤੋਖ ਪ੍ਰਾਪਤ ਹੋਇਆ। ਫਿਰ ਭੁੱਖ ਨਾ ਲੱਗੈ ਆਏ। ਸਤਿਗੁਰੂ ਜੀ ਕਹਿੰਦੇ ਫਿਰ ਮੁੜ ਕੇ ਭਾਈ ਉਹਨਾਂ ਨੂੰ ਦੁਨਿਆਵੀ ਪਦਾਰਥਾਂ ਦੀ ਔਰ ਇੱਛਾਵਾਂ ਦੀ ਭੁੱਖ ਆਦਿਕ ਨਹੀਂ ਆ ਕੇ ਲੱਗਦੀ। ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਨ ਹੈ। ਹਜੂਰ ਕਹਿੰਦੇ ਨੇ ਜਿਹੜੇ ਗੁਰਮੁਖ ਨਾਮ ਦੇ ਰਸੀਏ, ਸੇਵਾ ਦੇ ਪੁੰਜ ਨੇ, ਉਹ ਜੋ ਵੀ ਕਰਦੇ ਨੇ
ਉਹਨਾਂ ਦਾ ਕੀਤਾ ਪ੍ਰਭੂ ਦੇ ਦਰ ਪ੍ਰਵਾਨ ਹੋ ਜਾਂਦਾ ਹੈ, ਕਬੂਲ ਹੋ ਜਾਂਦਾ ਹੈ। ਪਰ ਜੇ ਹੁਣ ਇੱਕ ਬੰਦਾ ਕਵੇ ਕਿ ਮੈਂ ਅੱਧੀ ਰਾਤ ਤੀਕਰ ਟੀਵੀ ਵੇਖਾਂ ਤੇ 9:30 ਵਜੇ ਉੱਠਾਂ ਤੇ ਚਾਹ ਪੀਵਾਂ, ਤੇ ਫਿਰ ਉਹ ਕਵੇ ਵੀ ਮੇਰੀ ਤੇ ਅਰਦਾਸ ਪੂਰੀ ਨਹੀਂ ਹੋਈ। ਭਲਿਆ ਤੇਰੀ ਅਰਦਾਸ ਕਿਵੇਂ ਪੂਰੀ ਹੋਵੇਗੀ? ਇੱਕ ਅੱਧੀ ਰਾਤ ਦਾ ਜਾਗਣ ਡਿਆ ਹੈ, ਅੱਧੀ ਰਾਤ ਤੋਂ ਜਾਗ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਡਿਆ ਹੈ। ਤੂੰ ਅੱਧੀ ਰਾਤ ਤੱਕ ਟੀਵੀ ਤੇ ਮੋਬਾਈਲ ਤੇ ਟੱਕਰਿਆ ਰਿਹਾ ਹੈ। ਹੁਣ ਤੇਰੀ ਅਰਦਾਸ ਪੂਰੀ ਹੋਵੇਗੀ ਕਿ ਉਹਦੀ ਹੋਵੇਗੀ ਜਿਹੜਾ ਅੱਧੀ ਰਾਤ ਤੋਂ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਿਆ ਹੋਇਆ? ਸਤਿਗੁਰੂ ਜੀ ਕਹਿੰਦੇ ਜਿਹੜੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ, ਉਹ ਗੁਰਮੁਖ ਜੋ ਵੀ ਕਰਦੇ ਨੇ ਉਹਨਾਂ ਦਾ ਕੀਤਾ ਵਾਹਿਗੁਰੂ ਪ੍ਰਵਾਨ ਕਰ ਲੈਂਦਾ ਹੈ, ਉਹ ਕਬੂਲ ਕਰ ਲੈਂਦਾ। ਜੋ ਨਾਮ ਰਹੇ ਲਿਵ ਲਾਏ, ਜਿਹੜੇ ਨਾਮ ਵਿੱਚ ਆਪਣੀ ਬਿਰਤੀ ਲਾਈ ਰੱਖਦੇ ਨੇ ਉਹਨਾਂ ਦਾ ਕੀਤਾ ਪ੍ਰਵਾਨ ਹੁੰਦਾ। ਪੌੜੀ ਹਉ ਬਲਿਹਾਰੀ ਤਿੰਨ ਕਉ, ਪੌੜੀ ਵਿੱਚ ਧੰਨ ਗੁਰੂ ਰਾਮਦਾਸ ਜੀ ਸੰਗਤ ਜੀ ਇੱਕ ਤਾਂ ਇਹ ਪਾਵਨ ਸ਼ਬਦ ਦੀ ਸਾਰੀ ਵਿਚਾਰ ਜਿਹੜੀ ਦਰਸਾ ਰਹੇ ਨੇ, ਔਰ ਦੂਜਾ ਸਾਨੂੰ ਪੌੜੀ ਰਾਹੀਂ ਪਾਵਨ ਉਪਦੇਸ਼ ਦੇ ਰਹੇ ਨੇ। ਹਉ ਬਲਿਹਾਰੀ ਤਿੰਨ ਕਉ, ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਸਦਕੇ ਜਾਂਦਾ। ਜੋ ਗੁਰਮੁਖ ਸਿੱਖਾ, ਜਿਹੜੇ ਗੁਰਮੁਖ ਗੁਰੂ ਵੱਲੇ ਮੂੰਹ ਕਰਕੇ ਗੁਰੂ ਦੀ ਸਿੱਖਿਆ ਧਾਰਨ ਕਰਦੇ ਨੇ। ਸਿੱਖਾਂ ਦਾ ਅਰਥ ਸਿੱਖਿਆ ਧਾਰਨ ਕਰਨੀ, ਗੁਰੂ ਦੀ ਸਿੱਖਿਆ, ਗੁਰੂ ਦੇ ਉਪਦੇਸ਼ ਤੇ ਚੱਲਣਾ। ਸਿੱਖੀ ਸਿੱਖਿਆ ਗੁਰ ਵਿਚਾਰ, ਸਾਰੀ ਜ਼ਿੰਦਗੀ ਸਿੱਖਦੇ ਰਹਿਣਾ। ਜੇ ਕੋਈ ਸੰਗਤ ਜੀ ਮਾੜਾ ਵੀ ਮਿਲ ਜਾਵੇ ਤੇ ਉਹਦੇ ਤੋਂ ਸਿੱਖਿਆ ਲੈਣੀ, ਪਰ ਉਹਦੇ ਅਵਗੁਣ ਗ੍ਰਹਿਣ ਨਹੀਂ ਕਰਨੇ, ਉਹਦੇ ਗੁਣਾਂ ਨੂੰ ਜ਼ਰੂਰ ਆਪਣੇ ਪੱਲੇ ਬੰਨ੍ਹਣਾ। ਸਤਿਗੁਰੂ ਜੀ ਕਹਿੰਦੇ ਜਿਹੜੇ ਇਸ ਤਰ੍ਹਾਂ ਗੁਰੂ ਦੀ ਸਿੱਖਿਆ ਨੂੰ ਸਿੱਖਦੇ ਨੇ, ਸਿੱਖਿਆ ਨੂੰ ਹਿਰਦੇ ਵਿੱਚ ਵਸਾ ਲੈਂਦੇ ਨੇ, ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਬਲਿਹਾਰ ਜਾਂਦਾ। ਜੋ ਹਰ ਨਾਮ ਧਿਆਏ ਦੇ, ਜਿਹੜੇ ਹਰੀ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ, ਤਿਨ ਦਰਸ਼ਨ ਪਿਖਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਮੈਂ ਉਹਨਾਂ ਦੇ ਦਰਸ਼ਨ ਕਰਾਂ ਜਿਹੜੇ ਨਾਮ ਨਾਲ ਜੁੜੇ ਹੋਏ ਨੇ। ਭਗਤਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਜਿਹੜੇ ਨਾਮ ਨਾਲ ਨਹੀਂ ਜੁੜੇ, ਇਹ ਵਾਹਿਗੁਰੂ ਕਿਰਪਾ ਕਰਿਓ ਉਹਨਾਂ ਦੇ ਸਾਨੂੰ ਦਰਸ਼ਨ ਵੀ ਨਾ ਕਰਵਾਇਓ। ਹਰ ਜੀਓ ਤਿਨਕਾ ਦਰਸ਼ਨ ਨਾ ਕਰਹੁ, ਪਾਪਿਸ਼ਟ ਹਤਿਆਰੀ। ਜਿਹੜੇ ਹਤਿਆਰੇ ਨੇ, ਪਾਪ ਕਰਨ ਵਾਲੇ ਨੇ, ਸਿਮਰਨ ਭਜਨ ਨਹੀਂ ਕਰਦੇ, ਮਹਾਰਾਜ ਉਹਨਾਂ ਦਾ ਦਰਸ਼ਨ ਨਾ ਦਿਓ ਸਾਨੂੰ, ਉਹਨਾਂ ਦੇ ਮੱਥੇ ਨਾ ਲਾਇਓ। ਪਰ ਹਜ਼ੂਰ ਕਹਿੰਦੇ ਜਿਹੜੇ ਨਾਮ ਤੇ ਆਉਂਦੇ ਨੇ ਉਹਨਾਂ ਦੇ ਦਰਸ਼ਨ ਦੀਦਾਰ ਮੈਂ ਸਦੀਵ ਕਾਲ ਕਰਦਾ ਰਹਾ। ਸੁਣ ਕੀਰਤਨ ਹਰ ਗੁਣ ਰਵਾ, ਉਹਨਾਂ ਗੁਰਮੁਖਾਂ ਦੇ ਪਾਸੋਂ ਇਹ ਵਾਹਿਗੁਰੂ ਜੀ ਤੁਹਾਡੀ ਕੀਰਤੀ ਸੁਣ ਕੇ ਤੇ ਹਰੀ ਜੀ ਆਪ ਜੀ ਦੇ ਪਾਵਨ ਪਵਿੱਤਰ ਗੁਣਾਂ ਦਾ ਉਚਾਰਨ ਕਰਾਂ। ਹਰ ਜਸ ਮਨ ਲਿਖਾ, ਹੇ ਹਰੀ ਪਰਮੇਸ਼ਰ ਜੀ ਆਪ ਜੀ ਦਾ ਪਾਵਨ ਪਵਿੱਤਰ ਜਸ ਵਡਿਆਈ ਆਪਣੇ ਮਨ ਵਿੱਚ ਲਿਖਣਾ ਕਰਾਂ। ਸੰਗਤ ਜੀ ਅਸੀਂ ਕਿਤਾਬਾਂ ਤਾਂ ਬੜੀਆਂ ਲਿਖੀ ਜਾਂਦੇ ਹਾਂ, ਅੱਜ ਕੱਲ ਜਿੰਨੀਆਂ ਕਿਤਾਬਾਂ ਲਿਖਣ ਦਾ ਰੁਝਾਨ ਹੈ ਅੱਧੋਂ ਹੀ ਵੱਧ ਹੈ। ਜਿਹਦਾ ਜੀ ਕਰਦਾ ਉਹ ਕਿਤਾਬਾਂ ਵੇਖ ਕੇ ਹੀ ਨਕਲ ਮਾਰ ਮਾਰ ਕੇ ਲਿਖੀ ਜਾਂਦੇ ਨੇ, ਪਰ ਵਿੱਚ ਕੁਝ ਹੁੰਦਾ ਨਹੀਂ।
ਕੋਈ ਜੋੜਨ ਵਾਲੀ ਵਿਚਾਰ ਨਹੀਂ। ਕਈਆਂ ਨੇ ਤੇ ਇਹੋ ਜਿਹੀਆਂ ਕਿਤਾਬਾਂ ਲਿਖੀਆਂ ਜਿਹੜੀਆਂ ਗੁਰੂ ਨਾਲੋਂ ਤੋੜਨ ਵਾਲੀਆਂ ਨੇ। ਗੁਰੂ ਕਿਰਪਾ ਕਰੇ, ਬਹੁਤੀਆਂ ਕਿਤਾਬਾਂ ਪੜਾਂਗੇ ਤੇ ਭਰਮ ਭੁਲੇਖਿਆਂ ਵਿੱਚ ਪਵਾਂਗੇ। ਬਹੁਤੀਆਂ ਕਿਤਾਬਾਂ ਪੜ੍ਹ ਕੇ ਸਾਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ, ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਕੀ ਹੋਵੇਗਾ? ਝੋਟਾ ਗਿਆਨ ਪ੍ਰਾਪਤ ਹੋਵੇਗਾ। ਸੰਗਤ ਜੀ, ਝੋਟੇ ਦਾ ਕੰਮ ਹੈ ਵੀ ਬੂਝਿਆਂ ਦੇ ਵਿੱਚ ਸਿਰ ਮਾਰੀ ਜਾਣਾ, ਮਾਰੀ ਜਾਣਾ। ਤੇ ਜਦੋਂ ਆਪਾਂ ਬਹੁਤੀਆਂ ਕਿਤਾਬਾਂ ਪੜਾਂਗੇ ਨਾ, ਫਿਰ ਆਪਾਂ ਨੂੰ ਵੀ ਉਹ ਝੋਟਾ ਗਿਆਨ ਪ੍ਰਾਪਤ ਹੋਵੇਗਾ ਵੀ ਆਪਾਂ ਐਵੇਂ ਸਿਰ ਅੜਾਈ ਜਾਵਾਂਗੇ ਵੀ ਫਲਾਣੇ ਨੇ ਆਹ ਲਿਖਿਆ, ਫਲਾਣੇ ਨੇ ਆਹ ਲਿਖਿਆ। ਨਹੀਂ, ਗੁਰੂ ਕਿਰਪਾ ਕਰੇ, ਗੁਰੂ ਕੀ ਬਾਣੀ ਪੜਿਆ ਕਰੋ। ਇਹਦੇ ਨਾਲ ਹੋਰ ਕੋਈ ਵੱਡਾ ਗਿਆਨ ਨਹੀਂ। ਗੁਰੂ ਕੀ ਬਾਣੀ, ਗੁਰੂ ਦਾ ਇਤਿਹਾਸ ਜਿਹੜਾ ਗੁਰੂ ਕੀ ਬਾਣੀ ਨਾਲ ਮੇਲ ਖਾਂਦਾ ਹੈ, ਸੰਗਤ ਜੀ, ਉਹ ਸਾਨੂੰ ਗਿਆਨ ਦੀ ਦਾਤ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਸ ਤਰ੍ਹਾਂ ਹੈ ਵਾਹਿਗੁਰੂ ਜੀ, ਮੈਂ ਆਪ ਜੀ ਦਾ ਜਸ, ਆਪ ਜੀ ਦੀ ਮਹਿਮਾ ਆਪਣੇ ਮਨ ਵਿੱਚ ਲਿਖਣਾ ਕਰਾਂ। ਕਿਉਂਕਿ ਕਿਤਾਬਾਂ ਪਾੜ ਜਾਂਦੀਆਂ ਨੇ, ਕਈ ਵਾਰ ਘੁਣਕ ਆ ਜਾਂਦਾ ਹੈ। ਸੰਗਤ ਜੀ, ਪਾਣੀ ਵਿੱਚ ਭਿੱਜ ਜਾਣ ਤੇ ਖਰਾਬ ਹੋ ਜਾਂਦੀਆਂ ਨੇ। ਪਰ ਜਿਹੜਾ ਮਨ ਵਿੱਚ ਲਿਖਿਆ ਹੋਇਆ ਨਾ, ਉਹ ਕਦੇ ਵਾਸਤੇ ਖਰਾਬ ਨਹੀਂ ਹੁੰਦਾ। ਗੁਰੂ ਅਮਰਦਾਸ ਜੀ ਦਾ ਜ਼ਿਕਰ ਹੈ, ਕਲੋ ਮਸਾਜਣੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲਿਓ। ਕਲਮ ਦਵਾਤ ਕਾਗਜ਼ ਦੀ ਕੀ ਲੋੜ ਹੈ ਭਾਈ? ਆਪਣੇ ਹਿਰਦੇ ਵਿੱਚ ਹੀ ਪ੍ਰਭੂ ਦਾ ਗਿਆਨ, ਉਹਦੀ ਜਸ, ਉਹਦੀ ਵਡਿਆਈ ਲਿਖਣਾ ਕਰੋ। ਹਰ ਨਾਮ ਸਲਾਹੀ ਰੰਗ ਸਿਓ। ਹੇ ਵਾਹਿਗੁਰੂ ਜੀ, ਮੈਂ ਆਪ ਜੀ ਦੇ ਨਾਮ ਦੀ ਸ਼ਲਾਘਾ ਪ੍ਰੇਮ ਨਾਲ ਕਰਾਂ। ਸਭ ਕਿਲ ਵੇਖ ਕ੍ਰਿਖਾ। ਅਤੇ ਆਪਣੇ ਅੰਦਰੋਂ ਸਾਰੇ ਜਿਹੜੇ ਪਾਪ ਨੇ ਨਾ, ਕ੍ਰਿਖਾ, ਉਹਨਾਂ ਨੂੰ ਕੱਟ ਦਿਆਂ, ਅਥਵਾ ਉਹਨਾਂ ਨੂੰ ਨਾਜ਼ ਕਰ ਦਿਆਂ। ਕ੍ਰਿਖਾ ਦਾ ਅਰਥ ਹੈ ਖਿੱਚਣਾ। ਉਹਨਾਂ ਨੂੰ ਆਪਣੇ ਅੰਦਰੋਂ ਪਾਪਾਂ ਨੂੰ ਖਿੱਚ ਕੇ ਬਾਹਰ ਕਰ ਦਿਆ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ। ਸੰਗਤ ਜੀ, ਉਹ ਜਗ੍ਹਾ, ਉਹ ਸਰੀਰ ਧਨਤਾ ਦੇ ਯੋਗ ਹੈ, ਚੋਬੜੀਕ ਜਿੱਥੈ ਮੇਰਾ ਗੁਰ ਧਰੇ ਵਿਖਾ। ਜਿਸ ਜਗ੍ਹਾ ਤੇ, ਜਿਸ ਸਰੀਰ ਦੇ ਅੰਦਰ ਮੇਰੇ ਸਤਿਗੁਰੂ ਨੇ ਆਪਣੇ ਮੁਬਾਰਕ ਸ਼ਬਦ ਰੂਪੀ ਚਰਨ ਕਮਲ ਟਿਕਾਏ ਨੇ, ਉਹ ਸਰੀਰ, ਉਹ ਜਗ੍ਹਾ ਸੰਗਤ ਜੀ ਸੋਭਨੀਕ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਤਾਣ ਸੁਹਾਵਾ ਰਾਮ ਰਾਜੇ। ਉਹ ਜਗ੍ਹਾ ਸ਼ੋਭਨੀਕ ਹੁੰਦੀ ਹੈ ਜਿੱਥੇ ਮੇਰਾ ਸਤਿਗੁਰੂ ਜਾ ਕੇ ਬਿਰਾਜਮਾਨ ਹੁੰਦਾ ਹੈ। ਤੇ ਸੰਗਤ ਜੀ, ਉਹ ਸਰੀਰ ਵੀ ਸ਼ੋਭਨੀਕ ਹੁੰਦੇ ਨੇ ਜਿਨ੍ਹਾਂ ਸਰੀਰਾਂ ਦੇ ਵਿੱਚ ਮੇਰੇ ਗੁਰੂ ਦੇ ਪਾਵਨ ਸ਼ਬਦ ਰੂਪੀ ਚਰਨ ਕਮਲ ਟਿਕ ਜਾਂਦੇ ਨੇ। ਗੁਰੂ ਕਿਰਪਾ ਕਰੇ, ਆਪਾਂ ਵੀ ਸੰਗਤ ਜੀ ਬ੍ਰਾਹਮਣ ਪੁੜੇ ਦਾ, ਵਿਦਵਤਾ ਦਾ ਮਾਣ ਹੰਕਾਰ ਨਾ ਕਰੀਏ। ਹਮੇਸ਼ਾ ਹੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਗੁਰੂ ਦੀ ਸਿੱਖਿਆ ਅਨੁਸਾਰ ਚੱਲਣਾ ਕਰੀਏ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ। ਆਓ ਲੜੀਵਾਰ ਪਾਵਨ ਜੋ ਕਥਾ ਚੱਲ ਰਹੀ ਹੈ, ਸ਼ਬਦ ਦੀ ਵਿਚਾਰ ਕਰੀਏ ਜੀ। ਬਿਲਾਵਲ ਮਹੱਲਾ ਪੰਜਵਾ। ਰਾਗ ਬਿਲਾਵਲ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਐਸੀ ਕਿਰਪਾ ਮੋਹਿ ਕਰਹੁ। ਹੇ ਪ੍ਰਭੂ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਤੇ ਐਸੀ ਮਿਹਰ ਕਰੋ। ਸੰਤ ਹੈ ਚਰਨ ਹਮਾਰੂ ਮਾਥਾ। ਹੇ ਪ੍ਰਮਾਤਮਾ, ਕਿਰਪਾ ਕਰ, ਮੇਰੇ ਤੇ ਮਿਹਰ ਕਰ।
ਮੇਰਾ ਮਾਤਾ ਮੇਰਾ ਜਿਹੜਾ ਸਿਰ ਹੈ ਨਾ, ਇਹ ਸੰਤਾਂ ਦੇ ਚਰਨਾਂ ਵਿੱਚ ਹੀ ਲੱਗਾ ਰਹੇ। ਨੈਣ ਦਰਸ ਤਨ ਧੂਰ ਪਰ ਹੋ। ਅਤੇ ਨੇਤਰਾਂ ਨਾਲ ਮੈਂ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਦੀਦਾਰ ਕਰਦਾ ਰਵਾਂ ਅਤੇ ਤਨ ਧੂਰ ਪਰੋ, ਮੇਰੇ ਤਨ ਉੱਤੇ ਮੇਰੇ ਸਰੀਰ ਉੱਤੇ ਉਹਨਾਂ ਦੇ ਪਾਵਨ ਚਰਨਾਂ ਦੀ ਧੂੜ ਪਵੇ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ, ਗੁਰ ਕੋ ਸ਼ਬਦ ਮੇਰਾ ਹੀਰੈ ਬਾਸੈ। ਇਹ ਵੀ ਮੇਰੇ ਤੇ ਮਿਹਰ ਕਰੋ ਸੱਚੇ ਪਾਤਸ਼ਾਹ, ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਜਾਵੇ। ਐਸਾ ਨਹੀਂ ਵੀ ਗੁਰੂ ਸ਼ਬਦ ਪ੍ਰਾਪਤ ਕਰਕੇ ਤੇ ਮੁੜ ਕੇ ਕਦੇ ਚੇਤੇ ਹੀ ਨਹੀਂ ਕਰਨਾ। ਨਹੀਂ, ਹਜ਼ੂਰ ਕਹਿੰਦੇ ਨੇ ਕਿਰਪਾ ਐਸੀ ਕਰੋ, ਮਿਹਰ ਕਰੋ ਮੇਰੇ ਤੇ ਮਹਾਰਾਜ, ਗੁਰੂ ਦਾ ਸ਼ਬਦ ਮੇਰੇ ਚਿੱਤ ਵਿੱਚ ਵਸ ਜਾਵੇ। ਹਰਿ ਨਾਮਾ ਮਨ ਸੰਗ ਧਰੋ। ਮੇਰਾ ਮਨ ਜਿਹੜਾ ਨਾ ਹਰੀ ਦੇ ਨਾਮ ਨਾਲ ਜੁੜਿਆ ਰਵੇ। ਤਸ ਕਰ ਪੰਚ ਨਿਵਾਰ ਹੋ ਠਾਕੁਰ। ਇਹ ਮਾਲਕ ਜੀ, ਜਿਹੜੇ ਪੰਜ ਚੋਰ ਨੇ ਨਾ, ਕਿਰਪਾ ਕਰਕੇ ਇਹਨਾਂ ਦੀ ਨਿਵਰਤੀ ਕਰ ਦਿਓ। ਇਸ ਦੇਹੀ ਅੰਦਰ ਪੰਜ ਚੋਰ ਵਸੇ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਅੰਮ੍ਰਿਤ ਲੂਟੇ ਮਨ ਮੁਕੜੇ ਬੂਝੇ, ਕੋਈ ਨਾ ਸੁਣੇ ਪੁਕਾਰਾ। ਸੰਗਤ ਜੀ, ਇਹ ਸਾਡੇ ਸਰੀਰ ਦੇ ਅੰਦਰ ਪੰਜ ਚੋਰ ਲੱਗੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ। ਇਹ ਸਾਡੇ ਅੰਦਰੋਂ ਅੰਮ੍ਰਿਤ ਵਰਗੇ ਜਿਹੜੇ ਸ਼ੁਭ ਗੁਣ ਨੇ ਨਾ, ਉਹਨਾਂ ਨੂੰ ਚੁਰਾਈ ਜਾਂਦੇ ਨੇ। ਪਰ ਅਸੀਂ ਮਨ ਦੇ ਪਿੱਛੇ ਤੁਰਨ ਕਰਕੇ ਅਸੀਂ ਸਮਝਦੇ ਨਹੀਂ, ਸਾਨੂੰ ਇਹ ਦਿਖਾਈ ਨਹੀਂ ਦਿੰਦੇ। ਪਰ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਦੇਹੀ ਦੇ ਅੰਦਰ ਪੰਜ ਚੋਰ ਨੇ। ਫਿਰ ਉਹ ਬੇਨਤੀ ਕਰਦੇ ਨੇ, ਇਹ ਮਾਲਕ ਜੀ ਕਿਰਪਾ ਕਰੋ ਤੇ ਜਿਹੜੇ ਪੰਜ ਚੋਰ ਸਾਡੇ ਅੰਦਰ ਸਾਡੇ ਸਰੀਰ ਵਿੱਚੋਂ ਸ਼ੁਭ ਗੁਣਾਂ ਨੂੰ ਲੁੱਟ ਰਹੇ ਨੇ, ਆਪ ਕਿਰਪਾ ਕਰਕੇ ਇਹਨਾਂ ਨੂੰ ਨਿਵਰਤ ਕਰ ਦਿਓ। ਸਗਲੋ ਭਰਮਾ ਹੋਮ ਜਰ ਹੋ। ਅਤੇ ਸਾਰਾ ਜਿਹੜਾ ਭਰਮ ਹੈ ਮਹਾਰਾਜ, ਇਹ ਕਿਰਪਾ ਕਰਕੇ ਪੰਜ ਪ੍ਰਕਾਰ ਦਾ ਭਰਮ ਵਿਦਵਾਨਾਂ ਨੇ ਮੰਨਿਆ ਹੈ ਸੰਗਤ ਜੀ। ਔਰ ਹਜ਼ੂਰ ਕਹਿੰਦੇ ਇਹ ਸਾਰਾ ਭਰਮ ਜਿਹੜਾ ਨਾ, ਇਹ ਹੋਮ ਜਰੋ। ਜਿਵੇਂ ਹੋਮ ਵਿੱਚ ਸਮੱਗਰੀ ਪਾ ਕੇ ਸਾੜ ਦੇਈਦੀ ਹੈ ਨਾ, ਮਹਾਰਾਜ ਇਸ ਤਰ੍ਹਾਂ ਕਿਰਪਾ ਕਰੋ, ਸਾਰਾ ਭਰਮ ਜਿਹੜਾ ਨਾ, ਇਹ ਹੋਮ ਦੀ ਤਰ੍ਹਾਂ ਮੇਰੇ ਅੰਦਰੋਂ ਜਲਾ ਦਿਓ। ਜੋ ਤੁਮ ਕਰਹੁ ਸੋਈ ਭਲ ਮਾਨੈ। ਇਹ ਵੀ ਬਖਸ਼ਿਸ਼ ਕਰੋ ਮਹਾਰਾਜ, ਜੋ ਆਪ ਜੀ ਕਰੋਗੇ ਮੈਨੂੰ ਉਹ ਚੰਗਾ ਲੱਗੇ। ਆਮ ਕਰਕੇ ਆਪਾਂ ਵੇਖਦੇ ਹਾਂ ਕਿ ਜੋ ਪਰਮੇਸ਼ਰ ਕਰਦਾ ਹੈ ਨਾ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਅਸੀਂ ਕਈ ਵਾਰ ਪਰਮੇਸ਼ਰ ਨੂੰ ਗਾਲਾਂ ਵੀ ਕੱਢਦੇ ਹਾਂ ਕਿ ਸਾਡੇ ਨਾਲ ਉਹਨੇ ਚੰਗਾ ਨਹੀਂ ਕੀਤਾ, ਬਹੁਤ ਮਾੜਾ ਕੀਤਾ। ਪਰ ਉਹਨਾਂ ਗੁਰਮੁਖਾਂ ਦੀ ਇਹ ਅਵਸਥਾ ਹੈ ਕਿ ਵਾਹਿਗੁਰੂ ਇਹ ਸਾਡੇ ਤੇ ਮਿਹਰ ਕਰੋ। ਮਹਾਰਾਜ, ਜੋ ਤੁਸੀਂ ਕਰਦੇ ਹੋ ਨਾ, ਉਹ ਸਾਨੂੰ ਚੰਗਾ ਲੱਗੇ। ਤੁਹਾਡਾ ਹੁਕਮ, ਤੁਹਾਡਾ ਭਾਣਾ ਸਾਨੂੰ ਚੰਗਾ ਲੱਗੇ। ਭਾਵਨ ਦੁਬਿਧਾ ਦੂਰ ਟਰਹੁ। ਅਤੇ ਦਵੈਤ ਭਾਵ ਜਿਹੜਾ ਹੈ ਉਹ ਮਹਾਰਾਜ ਦੂਰ ਕਰ ਦਿਓ। ਨਾਨਕ ਕੇ ਪ੍ਰਭ ਤੁਮ ਹੀ ਦਾਤੇ। ਹਜ਼ੂਰ ਕਤੜ ਕਰਦੇ ਨੇ, हे ਪ੍ਰਭੂ ਜੀ ਆਪ ਸਾਰਿਆਂ ਦੇ ਦਾਤੇ ਹੋ। ਸੰਤ ਸੰਗ ਲੈ ਮੋਹਿ ਉਦਰਹੁ। ਮਹਾਰਾਜ ਕਿਰਪਾ ਕਰੋ, ਸੰਤਾਂ ਦੇ ਸੰਗ ਨਾਲ ਜੋੜ ਕਰਕੇ ਮੇਰਾ ਵੀ ਉਧਾਰ ਕਰਨਾ ਕਰੋ। ਸੰਗਤ ਜੀ, ਇਹ ਸਤਿਗੁਰਾਂ ਨੇ ਪਾਵਨ ਉਪਦੇਸ਼ ਲੜੀਵਾਰ ਚੱਲ ਰਹੀ ਪਾਵਨ ਕਥਾ ਦੇ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਿਰਪਾ ਕਰਨ,
ਰਾਤ ਦਿਨ ਬੇਨਤੀਆਂ ਕਰਿਆ ਕਰੀਏ, ਮਹਾਰਾਜ ਕਿਰਪਾ ਕਰੋ, ਇੱਕ ਤਾਂ ਸਾਨੂੰ ਸੱਚ ਦਾ ਭੋਜਨ ਦਿਓ, ਤ੍ਰਿਸ਼ਨਾ ਦੀ ਅੱਗ ਤੋਂ ਬਚਾਓ, ਤ੍ਰਿਸ਼ਨਾ ਦੀ ਭੁੱਖ ਤੋਂ ਬਚਾਓ। ਮਹਾਰਾਜ ਜਿਹੜੇ 5 ਚੋਰ ਸਾਡੇ ਘਰ ਨੂੰ ਲੁੱਟੀ ਜਾ ਰਹੇ ਨੇ, ਆਪ ਕਿਰਪਾ ਕਰੋ ਤੇ ਸਾਨੂੰ ਸੁਚੇਤ ਕਰੋ, ਸਾਵਧਾਨ ਹੋਈਏ ਤੇ ਇਹ ਜਿਹੜੇ 5 ਚੋਰ ਨੇ ਮਹਾਰਾਜ ਇਹ ਸਾਡੇ ਦੂਰ ਕਰ ਦਿਓ। ਔਰ ਦੂਜਾ, ਆਪਣੀ ਰਜ਼ਾ ਵਿੱਚ, ਆਪਣੇ ਹੁਕਮ ਵਿੱਚ ਸਾਨੂੰ ਤੋਰ ਨਾ ਕਰੋ, ਇਹ ਸਾਡੇ ਤੇ ਕਿਰਪਾ ਕਰੋ। ਉਹਨਾਂ ਨਾਮ ਦੇ ਰਸੀਆਂ ਦਾ ਸੰਗ ਬਖਸ਼ੋ ਜਿਨ੍ਹਾਂ ਦਾ ਸੰਗ ਕੀਤਿਆਂ ਸਾਡਾ ਵੀ ਉਧਾਰ ਹੋਵੇ। ਇਹ ਸਤਿਗੁਰਾਂ ਨੇ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ, ਰੋਮ ਰੋਮ ਕਰਕੇ ਧੰਨਵਾਦ ਹੈ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਜੋ ਤੁਮ ਕਰਹੁ ਸੋਈ ਭਲ ਮਾਨੈ, ਪਾਵਨ ਦੁਬਦਾ ਦੂਰ ਕਰਹੁ। ਨਾਨਕ ਕੇ ਪ੍ਰਭ ਤੁਮ ਹੀ ਦਾਤੇ, ਸੰਤ ਸੰਗ ਲੈ ਮੋਹਿ ਉਧਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ